ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਖੁਸ਼ਹਾਲ ਸਿੰਘ ਜੀ। ਡਾਕਟਰ ਖੁਸ਼ਹਾਲ ਸਿੰਘ ਜੀ ਆਇਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਖੁਸ਼ਹਾਲ ਸਿੰਘ ਜੀ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਕਿ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਗੱਲ ਕਰੀਏ, ਕਿਸੇ ਨਾ ਕਿਸੇ ਤਰ੍ਹਾਂ ਚਰਚਾ ਵਿੱਚ ਰਹਿੰਦੇ ਨੇ ਤੇ ਜਿਹੜੀਆਂ ਜਥੇਬੰਦੀਆਂ ਸਿੱਖ ਪੰਥ ਲਈ ਕੰਮ ਕਰਦੀਆਂ ਨੇ, ਜੋ ਉਣਤਾਈਆਂ ਨੇ ਸ਼੍ਰੋਮਣੀ ਕਮੇਟੀ 'ਚ, ਉਹਦੇ 'ਤੇ ਗੱਲ ਕਰਦੀਆਂ ਨੇ, ਉਹਦੇ 'ਚ ਸੁਧਾਰ ਲਿਆਉਣ ਦੀ ਗੱਲ ਕਰਦੀਆਂ ਨੇ, ਉਹਦੇ ਉੱਪਰ ਕਿਸੇ ਨਾ ਕਿਸੇ ਤਰ੍ਹਾਂ ਕਾਬਜ਼ ਧਿਰ ਦੀ ਹੱਕ ਦੀ ਗੱਲ ਕੀਤੀ ਜਾਂਦੀ ਹੈ, ਜਿਹੜੀ ਕਿ ਪਿਛਲੇ ਦਿਨੀ ਜਿਹੜੀ ਆ ਕਿ ਮੰਜੀ ਸਾਹਿਬ ਦੇ ਉੱਪਰ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਥਾ ਕਰਦਿਆਂ ਹੋਇਆਂ ਜਿਹੜਾ ਲਗਾਤਾਰ ਕਾਬਜ਼ ਧਿਰ ਹੈਗੀ ਹੈ ਸ਼੍ਰੋਮਣੀ ਕਮੇਟੀ ਦੇ ਉੱਪਰ, ਉਹਦੇ ਉੱਤੇ ਜਿਹੜੀ ਆ ਕਿ ਹੱਕ 'ਚ ਗੱਲ ਕੀਤੀ ਹੈ ਤੇ ਜਿਹੜੀਆਂ ਕਿ ਪੰਥਕ ਧਿਰਾਂ ਕਾਰਜ ਕਰਦਿਆਂ ਨੇ ਉਹਨਾਂ ਨੂੰ ਨਿੰਦਿਆ, ਉਹਨਾਂ ਨੂੰ ਤੇ ਉੱਪਰ ਉਂਗਲ ਚੱਕੀ ਹੈ। ਕੀ ਕਾਰਨ ਹੈ ਤੇ ਕੇਂਦਰੀ ਸਿੰਘ ਸਭਾ ਇਸ ਨੂੰ ਕਿਸ ਤਰ੍ਹਾਂ ਲੈਂਦੀ ਹੈ? ਮੇਜਰ ਸਿੰਘ ਜੀ, ਗੱਲ ਇਸ ਤਰ੍ਹਾਂ ਹੈ ਕਿ ਜਥੇਦਾਰ ਸਾਹਿਬ ਜਿਹੜੇ ਪੰਜਾ ਸਾਹਿਬ ਸਾਕਾ ਦਾ ਦੇ ਸ਼ਤਾਬਦੀ ਮਨਾ ਰਹੇ ਸੀਗੇ, ਉਸ ਸਮਾਗਮ ਵਿੱਚ ਉਹਨਾਂ ਨੇ ਸੰਬੋਧਨ ਕੀਤਾ ਕੱਲ੍ਹ, ਔਰ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਪੰਥ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਪ੍ਰਚਾਰ ਅਤੇ ਪ੍ਰਸਾਰ ਵਿੱਚ ਬਣਦੀ ਭੂਮਿਕਾ ਨਹੀਂ ਨਿਭਾ ਰਹੀਆਂ। ਅਤੇ ਉਹਨਾਂ ਦੀ ਚਿੰਤਾ ਦਾ ਅਸੀਂ ਵੈਸੇ ਸਵਾਗਤ ਕਰਦੇ ਹਾਂ ਕਿਉਂਕਿ ਉਹਨਾਂ ਨੇ ਪਹਿਲੀ ਵਾਰੀ ਚਿੰਤਾ ਕੀਤੀ ਹੈ ਇਸ ਪੱਧਰ ਦੀ ਕਿ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਜਾਂ ਉਹਨੂੰ ਕੋਸ਼ਿਸ਼ ਉਧਰ ਉਂਗਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਸੀਂ ਸਵਾਗਤ ਕਰਦੇ ਹਾਂ। ਚੰਗਾ ਹੁੰਦਾ ਕਿ ਉਹ ਜਦੋਂ ਦਾ ਉਹਨਾਂ ਨੇ ਕਾਰਜਕਾਲ ਆਪਣਾ ਸੰਭਾਲਿਆ ਆ, ਉਦੋਂ ਕੋਈ ਇਹਨਾਂ ਸੰਸਥਾਵਾਂ ਦੀ ਮੀਟਿੰਗ ਸੱਦ ਕੇ ਉਹਨਾਂ ਨੂੰ ਸੁਝਾਅ ਦਿੰਦੇ ਕਿ ਇਹਨਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਮਤਲਬ ਉਹਨਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਉਹਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ, ਜਾਂ ਜੋ ਉਹਨਾਂ ਨੇ ਉਹਨਾਂ ਦੇ ਕਰੋੜਾਂ ਅਰਬਾਂ ਦੇ ਬਜਟ ਦੀ ਗੱਲ ਕੀਤੀ ਆ ਉਹਦੀ ਜਾਣਕਾਰੀ ਲੈਂਦੇ ਤਾਂ ਵਧੀਆ ਗੱਲ ਸੀਗੀ। ਔਰ ਜਥੇਦਾਰ ਸਾਹਿਬ ਜੀ ਨੇ ਪਤਾ ਨਹੀਂ ਉਹਨਾਂ ਦੀ ਕੀ ਪ੍ਰਭਾਵ ਸੀਗਾ ਜਾਂ ਉਹਨਾਂ ਨੂੰ ਕਿੱਥੋਂ ਇਹ ਜਿਹੜੀ ਜਾਣਕਾਰੀ ਮਿਲੀ ਹੈ, ਕਿਉਂਕਿ ਉਸ ਮੌਕੇ ਜਿਸ ਮੌਕੇ 'ਤੇ ਜਿਹੜੀ ਸਿੰਘ ਸਭਾ ਲਹਿਰ ਹੈ ਉਹਦਾ 150 ਸਾਲਾ ਮਨਾਇਆ ਜਾ ਰਿਹਾ ਸੀਗਾ, ਔਰ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ 100 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਸੀ। ਅਤੇ ਜਥੇਦਾਰ ਸਾਹਿਬ ਨੂੰ ਗੱਲ ਤਾਂ ਇਹ ਕਰਨੀ ਚਾਹੀਦੀ ਸੀਗੀ ਕਿ ਪੰਜਾ ਸਾਹਿਬ ਦਾ ਸਾਕਾ ਕਿਉਂ ਵਾਪਰਿਆ, ਕਿਹੜੇ ਲੋਕ ਉਹਦੇ ਦੋਸ਼ੀ ਸੀ, ਕਿਉਂ ਵਾਪਰਿਆ ਇਹ ਘਟਨਾ, ਹਿਸਟਰੀ ਦੇ ਵਿੱਚ ਦੁਬਾਰਾ ਨਾ ਵਾਪਰੇ ਇਹ ਕੀ ਪ੍ਰਬੰਧ ਕੀਤੇ ਜਾਣ, ਇਹ ਸਮਝਣਾ ਸੀ। ਮੈਨੂੰ ਲੱਗਦਾ ਕਿ ਉਸ ਵਕਤ ਜਦੋਂ ਬੋਲ ਰਹੇ ਸੀ ਜਥੇਦਾਰ ਸਾਹਿਬ ਤਾਂ ਉਹਨਾਂ ਦੀ ਸਟੇਜ ਉੱਤੇ ਹੀ ਬਹੁਤ ਸਾਰੇ ਐਵੇਂ ਦੇ ਸ਼ਖਸ ਬੈਠੇ ਸੀਗੇ ਜਿਨ੍ਹਾਂ ਨੇ ਜਿਹੜੇ ਆਪਣੇ ਆਪ ਨੂੰ ਡੇਰਾਵਾਦੀ ਆ, ਜਿਹੜੇ ਮਹੰਤਾਂ ਦੇ ਵਾਰਸ ਵਾਂਗੂ ਪੇਸ਼ ਕਰ ਰਹੇ ਆ ਕਾਫੀ ਚਿਰ ਤੋਂ, ਅਤੇ ਉਹਨਾਂ ਬਾਰੇ ਜਥੇਦਾਰ ਸਾਹਿਬ ਨੇ ਚੁੱਪ ਧਾਰੀ ਹੋਈ ਹੈ। ਜਿਹੜੇ ਪੰਥ ਦੇ ਬਹੁਤ ਵੱਡੇ ਮੁੱਦੇ ਹੈ, ਜਿਹੜੇ ਪੰਥ ਦੇ ਮਤਲਬ ਹੁਣ ਜਿਨ੍ਹਾਂ ਦਾ ਸਵਾਲ ਜਥੇਦਾਰ ਨੂੰ ਦੇਣਾ ਬਣਦਾ ਸੀ, ਉਹਦੇ ਬਾਰੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਜੇ ਸੰਗਤ ਜਾਂ ਸਿੱਖ ਪੰਥ ਉਂਗਲ ਚੱਕਦੀ ਹੈ ਤਾਂ ਉਸ ਨਾਤੇ ਚੱਕਦੀ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਹੈਗੀ ਹੈ, ਉਹਨਾਂ ਦਾ 12,000 ਕਰੋੜ ਰੁਪਏ ਦਾ ਬਜਟ ਹੈਗਾ ਆ। ਇਸ ਕਰਕੇ ਉਹਨਾਂ 'ਤੇ ਬਹੁਤ ਇੱਕ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਇੱਕ ਸੰਵਿਧਾਨਕ ਤੌਰ 'ਤੇ ਸੰਸਥਾ ਹੋਣ 'ਚ ਆਈ ਹੈ। ਉਹਨਾਂ ਦਾ ਮੁਕਾਬਲਾ ਜਾਂ ਉਹਨਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ 'ਤੇ ਪਰਦਾ ਜਿਹੜਾ ਪਾਉਣ ਵਾਸਤੇ ਜਿਹੜੀਆਂ ਛੋਟੀਆਂ ਸੰਸਥਾਵਾਂ ਨੇ, ਜਿਹੜੀਆਂ ਬਹੁਤ ਸੀਮਤ ਦਾਇਰਾ ਹੈਗਾ ਸਾਡਾ ਕੇਂਦਰੀ ਸਿੰਘ ਸਭਾ ਦਾ, ਸੀਮਤ ਇੱਕ ਬੌਧਿਕ ਖੇਤਰਾਂ ਤੱਕ ਅਸੀਂ ਜਿਹੜਾ ਆ ਇੱਕ ਸਾਡਾ ਜਿਹੜਾ ਇੱਕ ਸੀਮਤ ਜਿਹਾ ਬਹੁਤਾ ਏਰੀਆ ਹੈਗਾ ਆ। ਸਾਡਾ ਕੋਈ ਉਸ ਤਰ੍ਹਾਂ ਦਾ ਪਬਲਿਕ ਦੇ ਵਿੱਚ ਨਾ ਅਸੀਂ ਇਲੈਕਸ਼ਨ ਲੜਦੇ ਹਾਂ, ਨਾ ਅਸੀਂ ਕੋਈ ਹੋਰ ਸਾਡਾ ਐਕਸ਼ਨ ਹੈਗਾ ਆ, ਅਤੇ ਉਹਦੇ 'ਚ ਤੁਸੀਂ ਜਿਹੜਾ ਆ ਉਹਨਾਂ ਦੇ ਨਾਲ ਕੰਪੇਅਰ ਕਰੋਗੇ ਵੱਡੀ ਸੰਸਥਾਵਾਂ ਨੂੰ ਅਤੇ ਉਹ ਠੀਕ ਨਹੀਂ ਹੈਗਾ। ਦੂਜੀ ਗੱਲ, ਫਿਰ ਵੀ ਅਸੀਂ ਜਿਹੜੀਆਂ ਸੰਸਥਾਵਾਂ ਆਪਣੀਆਂ ਕਮਜ਼ੋਰੀਆਂ ਅਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਉਹਨਾਂ ਨੇ ਸਾਡਾ ਧਿਆਨ ਇਸ ਪਾਸੇ ਦਵਾਇਆ ਆ। ਫਿਰ ਵੀ ਇਹ ਜਿੰਨੀਆਂ ਵੀ ਸੰਸਥਾਵਾਂ ਉਹਨਾਂ ਨੇ ਚੀਫ ਖਾਲਸਾ ਦੀਵਾਨ ਦਾ ਨਾਂ ਲਿਆ, ਸਾਡਾ ਲਿਆ ਆ, ਹੋਰ ਜਿਹੜੇ ਬੋਰਡਾਂ ਦਾ ਵੀ ਲਿਆ ਆ, ਇਹ ਸਾਰੇ ਹੀ ਮੇਜਰ ਸਿੰਘ ਜੀ ਕਿਸੇ ਸੰਵਿਧਾਨ ਦੇ ਅੰਡਰ ਨੇ। ਇਹ ਇੱਕ ਮੌਕੇ 'ਤੇ ਆਪਣਾ ਬਜਟ ਬੁਲਾਉਂਦੇ ਹੈ, CA ਤੋਂ ਹਿਸਾਬ ਕਰਾਉਂਦੇ ਹੈ, ਸਾਰਾ ਕੁਛ ਗੌਰਮੈਂਟ ਦੇ ਅਦਾਰਿਆਂ ਤੋਂ ਇਹਨਾਂ ਦੀ ਨਿਗਾਹ ਹੁੰਦੀ ਹੈ ਅਤੇ ਇਹਨਾਂ ਨੂੰ ਆਪਣਾ ਹਿਸਾਬ ਕਿਤਾਬ ਦੇਣਾ ਪੈਂਦਾ ਆ। ਪਰੰਤੂ ਜਥੇਦਾਰ ਸਾਹਿਬ ਜਿਨ੍ਹਾਂ ਡੇਰਿਆਂ ਦੀ ਹਮਾਇਤ ਕਰਦੇ ਆ, ਜਿਨ੍ਹਾਂ ਦੇ ਨਾਲ ਉਹ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਨੂੰ ਪ੍ਰਫੁੱਲਿਤ ਕਰਨ ਲਈ ਉਹਨਾਂ ਦਾ ਸਾਰਾ ਜ਼ੋਰ ਲੱਗਾ ਰਹਿੰਦਾ ਆ, ਉਹਨਾਂ ਵਾਸਤੇ ਤਾਂ ਕਦੀ ਜਥੇਦਾਰ ਸਾਹਿਬ ਨੇ ਕਦੀ ਕਿੰਤੂ ਪਰੰਤੂ ਨਹੀਂ ਕੀਤਾ। ਕੱਲ੍ਹ ਦੇ ਦਿਨ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਉਹਨਾਂ ਡੇਰਿਆਂ, ਉਹਨਾਂ ਮਹੰਤਾਂ, ਉਹਨਾਂ ਸੰਪਰਦਾਵਾਂ ਦਾ ਜ਼ਿਕਰ ਕਰਦੇ ਜਿਨ੍ਹਾਂ ਕਰਕੇ ਉਹ ਸਾਕਾ ਕੱਲ੍ਹ ਦਾ ਵਾਪਰਿਆ ਸੀਗਾ, ਅਤੇ ਉੱਥੇ ਉਹਨਾਂ ਨੂੰ ਤਾਂ ਵਡਿਆਉਣ 'ਤੇ ਤੁਲੇ ਹੁੰਦੇ ਆ। ਉਹਨਾਂ ਦੇ ਨਾਲ ਜਿਹੜੇ ਪਰਿਵਾਰ ਨੇ ਇੱਕ ਪੰਥ ਦੇ ਵਿੱਚ ਰਵਾਇਤ ਤੋਰੀ ਹੈ ਨਿੱਜੀਕਰਨ ਦੀ, ਨਿੱਜ ਪ੍ਰਸਤੀ ਦੀ, ਪਰਿਵਾਰਵਾਦ ਦੀ,
ਉਹਦੇ ਸਟੇਜ ਤੇ ਬੈਠਾ ਹੈ, ਉਹਨਾਂ ਦੇ ਬਾਰੇ ਤਾਂ ਕਦੀ ਸ਼ਬਦ ਵੀ ਨਹੀਂ ਬੋਲਿਆ। ਜਿਸ ਪਰਿਵਾਰ ਨੇ ਅੱਜ 100 ਸਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮਿਆਰ ਹੈ ਜਾਂ ਭਰੋਸੇਯੋਗਤਾ ਇੰਨੀ ਡੇਗ ਦਿੱਤੀ ਹੈ ਕਿ ਕੋਈ ਐਸਡੀਐਮ ਜਾਂ ਡੀਸੀ ਉਹਨਾਂ ਦਾ ਮੈਮੋਰੈਂਡਮ ਲੈਣ ਨਹੀਂ ਆਉਂਦਾ ਹੈ ਬਾਹਰ, ਕੋਈ ਪ੍ਰਧਾਨ ਮੰਤਰੀ ਉਹਨਾਂ ਨੂੰ ਟਾਈਮ ਨਹੀਂ ਦਿੰਦਾ, ਕੋਈ ਵੀ ਜਿਹੜਾ ਜ਼ਿੰਮੇਵਾਰ ਬੰਦਾ ਆ ਉਹਨਾਂ ਦੀ ਕੋਈ ਮਹੱਤਤਾ ਹੀ ਨਹੀਂ ਸਮਝ ਰਿਹਾ। ਤੇ ਇਹ ਮਿਆਰ ਤਾਂ ਸਾਡੀਆਂ ਸੰਸਥਾਵਾਂ ਨੇ ਨਹੀਂ ਡਿੱਗਿਆ ਹੈਗਾ। ਇਹ ਜੇਕਰ ਮਤਲਬ ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਸੈਂਟਰ ਦਾ ਉਹਨਾਂ ਨੂੰ ਸਮਾਂ ਨਹੀਂ ਦੇ ਰਿਹਾ ਤੇ ਇਹਦੇ ਵਿੱਚ ਸਾਡੀਆਂ ਸੰਸਥਾਵਾਂ ਦਾ ਤਾਂ ਕੋਈ ਦੋਸ਼ ਹੀ ਨਹੀਂ ਹੈਗਾ। ਅਸੀਂ ਤਾਂ ਆਪਣੇ ਜਿੰਨੇ ਸਾਡੀ ਯੋਗਤਾ ਹੈਗੀ ਹੈ ਅਸੀਂ ਉਸ ਹਿਸਾਬ ਨਾਲ ਲੱਗੇ ਹੋਏ ਹਾਂ। ਪਰੰਤੂ ਜਥੇਦਾਰ ਸਾਹਿਬ ਦੇ ਜਿਹੜਾ ਬਿਆਨ ਨੇ ਉਹਨਾਂ ਨੂੰ ਪਤਾ ਨਹੀਂ ਕਿਹੜੇ ਪ੍ਰੈਸ਼ਰ ਤੇ ਦੇ ਰਹੇ ਆ ਤੇ ਕਿਹੜੀਆਂ ਸ਼ਕਤੀਆਂ ਨੂੰ ਖੁਸ਼ ਕਰਨ ਵਾਸਤੇ ਦੇ ਰਹੇ ਆ। ਸਾਨੂੰ ਇਹ ਨਹੀਂ ਸਮਝ ਲੱਗ ਰਹੀ ਕਿਉਂਕਿ ਕੱਲ੍ਹ ਦੇ ਦਿਨ 150 ਸਾਲਾ ਜਦੋਂ ਮਨਾਇਆ ਜਾ ਰਿਹਾ ਸਿੰਘ ਸਭਾ ਦਾ, ਉਦੋਂ ਉਸ ਸੰਸਥਾਵਾਂ ਨੂੰ, ਉਸ ਵਿਚਾਰਧਾਰਾ ਨੂੰ, ਜਥੇਦਾਰ ਨੂੰ ਤਾਂ ਉਹਨਾਂ ਦਾ ਹੱਲਾਸ਼ੇਰੀ ਦੇਣੀ ਚਾਹੀਦੀ ਆ। ਮੇਜਰ ਸਿੰਘ ਜੀ, ਇਕੱਲੀਆਂ ਇਹੀ ਸੰਸਥਾਵਾਂ ਨੇ ਜਿਨ੍ਹਾਂ ਦੇ ਉਹਨਾਂ ਨੇ ਉਂਗਲ ਕੀਤੀ ਆ, ਜਿਨ੍ਹਾਂ ਦੇ ਸਵਾਲ ਉਠਾਇਆ, ਇਹੀ ਸੰਸਥਾਵਾਂ ਜਿਹੜੀਆਂ ਪ੍ਰਵਾਨਿਤ ਰਹਿਤ ਮਰਿਆਦਾ ਤੇ ਪਹਿਰੇਦਾਰੀ ਦੀ ਗੱਲ ਕਰਦੀਆਂ। ਖੁਸ਼ਹਾਲ ਸਿੰਘ ਜੀ, ਜੇ ਦੇਖਿਆ ਜਾਵੇ ਜਦੋਂ ਸਿੰਘ ਸਭਾ ਲਹਿਰ ਉੱਠੀ ਸੀਗੀ ਉਦੋਂ ਵੀ ਪੁਜਾਰੀਵਾਦ ਵੱਲੋਂ ਜਿਹੜਾ ਹੈ ਕਿ ਉਹਦੀ ਵਿਰੋਧਤਾ ਕੀਤੀ ਗਈ ਤੇ ਜਿਵੇਂ ਕਿ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਜਿਹੜਾ ਕਿ ਛੇਕਿਆ ਵੀ ਗਿਆ ਸੀਗਾ। ਸੋ ਇਸ ਤਰ੍ਹਾਂ ਦੀ ਸਥਿਤੀ ਹੁਣ ਵੀ ਉਸ ਤਰ੍ਹਾਂ ਹੀ ਨਜ਼ਰ ਆ ਰਹੀ ਹੈ। ਸਮਾਂ ਹੀ ਬਦਲਿਆ, ਬਾਕੀ ਸਭ ਕੁਝ ਉਸ ਤਰ੍ਹਾਂ ਹੀ ਚੱਲਦਾ ਨਜ਼ਰ ਨਹੀਂ ਆ ਰਿਹਾ। ਮੇਜਰ ਸਿੰਘ ਜੀ, ਉਸੇ ਸਮੇਂ ਵੀ ਦੇਖੋ ਦੋ ਵਰਗ ਸੀ, ਇੱਕ ਅਲੀਟ ਵਰਗ ਸੀ, ਇੱਕ ਕਿਰਤੀ ਕਾਮਿਆਂ ਦਾ ਵਰਗ ਸੀ। ਤੇ ਜਿਹੜੇ ਪ੍ਰੋਫੈਸਰ ਗੁਰਮੁਖ ਸਿੰਘ ਸੀ ਜਾਂ ਗਿਆਨੀ ਦਿੱਤ ਸਿੰਘ ਸੀ, ਇਹ ਕਿਰਤੀ ਕਾਮਿਆਂ ਤੋਂ ਆਉਂਦੇ ਸੀ, ਇਹ ਗਰੀਬ ਪਰਿਵਾਰਾਂ ਤੋਂ ਆਉਂਦੇ ਸੀ। ਤਾਂ ਇਹਨਾਂ ਦੇ ਨਾਲ ਜਿਹੜੇ ਇਹ ਦੂਸਰੇ ਅਮੀਰ ਵਰਗ ਦੇ ਲੋਕ ਸੀ, ਅਲੀਟ ਸਿੱਖ ਸੀ, ਉਹਨਾਂ ਨੇ ਆਪਣੇ ਪ੍ਰਭਾਵ ਪਾ ਕੇ ਅਕਾਲ ਤਖਤ ਤੋਂ ਹੁਕਮਨਾਮੇ ਜਾਰੀ ਕਰਾਏ। ਸਿੰਘ ਸਭਾਈਆਂ ਦੇ ਜਿਹੜੇ ਆ ਡੇਗ ਤੇ ਪਾਬੰਦੀ ਲਾਈ, ਉਹਨਾਂ ਨੂੰ ਜਿਹੜਾ ਸਿੱਖ ਪੰਥ ਤੋਂ ਛੇਕ ਦਿੱਤਾ। ਉਹ ਤਾਂ 1999 ਦੇ ਵਿੱਚ ਵਾਪਸ ਲਿਆਇਆ। ਸੋ ਇਹ ਸਾਰਾ ਕੁਝ ਹੁੰਦਾ ਰਿਹਾ ਆ। ਪਰੰਤੂ ਸਿੱਖ ਸਮਾਜ ਨੇ ਹਮੇਸ਼ਾ ਉਹਨਾਂ ਦਾ ਸਤਿਕਾਰ ਕੀਤਾ ਆ। ਉਹ ਤੇ ਕੰਮ ਦੇਖਦੇ ਆ ਜਿਹੜੇ ਕੰਮ, ਜੇ ਕੋਈ ਸੰਸਥਾ ਨਹੀਂ ਕੰਮ ਕਰੇਗੀ ਜਾਂ ਪੰਥ ਵਿਰੋਧੀ ਕੰਮ ਕਰੇਗੀ ਤਾਂ ਪੰਥ ਵਿੱਚ ਕਿਵੇਂ ਵਿਚਰੇਗੀ। ਸਾਨੂੰ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਹੋਰ ਸੰਸਥਾ ਵੱਲੋਂ ਤਾਂ ਪੈਸੇ ਆਉਂਦੇ ਨਹੀਂਗੇ। ਅਸੀਂ ਤੇ ਸਿੱਖ ਪੰਥ ਦੇ ਦਸਵੰਧ ਨਾਲ ਕੰਮ ਕਰਦੇ ਹਾਂ। ਜਦੋਂ ਅਸੀਂ ਕੰਮ ਪੰਥ ਦੀਆਂ ਭਾਵਨਾ ਦੇ ਉਲਟ ਕਰਾਂਗੇ ਤਾਂ ਸਾਨੂੰ ਪੰਥ ਸਹਿਯੋਗ ਨਹੀਂ ਦੇਗਾ। ਸਾਡੀ ਤਾਂ ਮਜਬੂਰੀ ਹੈ ਪੰਥ ਦੀ ਗੱਲ ਕਰਨੀ, ਤੇ ਅਸੀਂ ਤਾਂ ਪੰਥ ਦੀ ਗੱਲ ਕਰਦੇ ਰਵਾਂਗੇ। ਪਰੰਤੂ ਜਥੇਦਾਰ ਸਾਹਿਬ, ਜਿਨ੍ਹਾਂ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਮ ਤੋਂ ਲੈ ਕੇ ਅੱਜ ਤੱਕ ਕਦੀ ਸ਼੍ਰੋਮਣੀ ਕਮੇਟੀ ਦੇ ਕਿਸੇ ਜਿਹੜੇ ਮਸਲੇ ਤੇ ਸਾਥ ਨਹੀਂ ਦਿੱਤਾ, ਔਰ ਕਦੀ ਵੀ ਇਹਨਾਂ ਨੇ ਐਲਾਨੀਆ ਤੌਰ ਤੇ ਜਿਹੜਾ ਆ ਉਹ ਅਕਾਲ ਤਖਤ ਦੀ ਪ੍ਰਵਾਨਿਤ ਰਹਿਤ ਮਰਿਆਦਾ ਦੇ ਖਿੱਲੀ ਉਡਾਉਂਦੇ ਰਹੇ ਆ। ਜਥੇਦਾਰ ਸਾਹਿਬ ਅੱਜ ਉਹਨਾਂ ਨੂੰ ਖੁਸ਼ ਕਰ ਰਹੇ ਆ। ਜਥੇਦਾਰ ਸਾਹਿਬ ਨੇ ਆਪਣੇ ਕਾਰਜਕਾਲ ਦੇ ਦੌਰਾਨ ਜਿਹੜਾ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਤਾ ਆ। ਕਿਉਂ ਪਾਤਾ? ਕਿਉਂਕਿ ਨਾਨਕਸ਼ਾਹੀ ਕੈਲੰਡਰ ਹੈ ਜਿਹੜਾ, ਜੇ ਉਹ ਲਾਗੂ ਹੁੰਦਾ ਆ ਤਾਂ ਡੇਰੇਦਾਰਾਂ ਤੇ ਸੰਪਰਦਾਵਾਂ ਦੀਆਂ ਦੁਕਾਨਦਾਰੀਆਂ ਜਿਹੜੀਆਂ ਮੱਸਿਆ ਪੁੰਨਿਆਂ ਦਾ ਸਕਰਾਂਦ ਚੱਲਦੀਆਂ ਨੇ ਬਾਹਮਣ ਪ੍ਰਥਾ ਦੇ ਅਨੁਸਾਰ, ਉਹ ਪ੍ਰਭਾਵਿਤ ਹੁੰਦੀਆਂ ਨੇ। ਤਾਂ ਜਥੇਦਾਰ ਦਾ ਸਾਰਾ ਜ਼ੋਰ ਲੱਗਿਆ ਹੋਇਆ ਕਿ ਅਸੀਂ ਉਹਨਾਂ ਜਿਹੜੇ ਡੇਰੇਦਾਰੀਆਂ ਜਾਂ ਸੰਪਰਦਾਵਾਂ ਨੂੰ ਕਿਸ ਤਰ੍ਹਾਂ ਪ੍ਰਫੁੱਲਿਤ ਕਰਨਾ ਹੈ। ਅੱਜ ਕੱਲ੍ਹ ਬਹੁਤ ਇਹ ਗੱਲ ਚਲਾਈ ਜਾ ਰਹੀ ਹੈ ਕਿ ਇਹ ਜਿਹੜੀਆਂ ਸੰਸਥਾਵਾਂ ਨੇ, ਇਹ ਜਿਹੜੀਆਂ ਨੇ ਬਣਾਈਆਂ ਹੋਈਆਂ ਨੇ, ਅੰਗਰੇਜ਼ਾਂ ਦੇ ਆਉਣ ਤੋਂ ਬਣੀਆਂ ਨੇ, ਇਹਨਾਂ ਦੀ ਮਹੱਤਤਾ ਘੱਟ ਹੈ, ਤੇ ਜਿਹੜੀਆਂ ਗੁਰੂ ਕਾਲ ਤੋਂ ਚੱਲੀਆਂ ਆ ਰਹੀਆਂ ਸੰਸਥਾਵਾਂ ਨੇ ਉਹਨਾਂ ਦੀ ਮਹੱਤਤਾ ਜ਼ਿਆਦਾ ਹੈ। ਪਹਿਲੀ ਗੱਲ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਸਮੇਂ ਇੱਕੋ ਹੀ ਜਥੇਬੰਦੀ ਬਣਾਈ ਖਾਲਸਾ ਪੰਥ ਦੀ, ਹੋਰ ਉਹਨਾਂ ਨੇ ਕੋਈ ਜਥੇਬੰਦੀ ਨਹੀਂ ਬਣਾਈ। ਸਾਰੀਆਂ ਜਿਹੜੀਆਂ ਬਾਕੀ ਦੁਕਾਨਾਂ ਚੱਲਦੀਆਂ ਉਹਦੇ ਨਾਂ ਤੇ ਝੂਠ ਦੇ ਪ੍ਰਚਾਰ ਕੇ ਚਲਾਈਆਂ ਜਾ ਰਹੀਆਂ। ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ, ਤਾਂ ਖਾਲਸਾ ਪੰਥ ਦੀ ਵੱਡੀ ਜਥੇਬੰਦੀ ਹੈ। ਬਾਕੀ ਵਕਤੀ ਤੌਰ ਤੇ ਬਣਦੀਆਂ ਨੇ, ਗੁਰੂ ਸਾਹਿਬ ਜੀ ਦੇ ਕਾਲ ਵਿੱਚ ਵੀ ਬਣੀਆਂ ਮਸੰਦ ਸਿਸਟਮ, ਮੰਜੀ ਸਿਸਟਮ ਗੁਰੂ ਸਾਹਿਬ ਜੀ ਨੇ ਆਪ ਬਣਾਏ। ਪਰੰਤੂ ਜਦੋਂ ਉਹ ਸਮਾਜ ਦੇ ਵਿੱਚ ਆਪਣਾ ਰੋਲ ਅਦਾ ਨਹੀਂ ਠੀਕ ਕਰਦੇ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਹੀ ਜਿਹੜਾ ਮਸੰਦ ਸਿਸਟਮ ਜਾਂ ਮੰਜੀ ਸਿਸਟਮ ਹੈ ਉਹਨੂੰ ਬਦਲ ਦਿੱਤਾ, ਤੇ ਇਹ ਬਦਲਦਾ ਜਾਏਗਾ। ਜੇ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਜਾਂ ਕੇਂਦਰੀ ਸਿੰਘ ਸਭਾ ਸਮਾਜ ਦੀਆਂ ਜ਼ਰੂਰਤਾਂ ਅਨੁਸਾਰ ਕੰਮ ਨਹੀਂ ਕਰੇਗੀ ਤਾਂ ਇਹ ਵੀ ਖਤਮ ਹੋ ਜਾਏਗੀ। ਕੋਈ ਅਕਾਲ ਪੁਰਖ ਤੋਂ ਧਰੋਂ ਸਾਜੀ ਆਈ ਗੱਲ ਥੋੜ੍ਹਾ ਹੈ। ਖੁਸ਼ਹਾਲ ਸਿੰਘ, ਜਿਵੇਂ ਕਿ ਕੇਂਦਰੀ ਸਿੰਘ ਸਭਾ ਦਾ ਆਪਣਾ ਇੱਕ ਰੁਤਬਾ ਆ, ਜਿਵੇਂ ਸਿੰਘ ਸਭਾ ਲਹਿਰ ਸ਼ੁਰੂ ਹੋਈ ਉਸਨੇ ਵੀ ਜਿਹੜਾ ਕਿ ਸਿੱਖੀ ਨੂੰ ਬਚਾਉਣ ਲਈ ਜਿਹੜੇ ਕਿ ਆਪਣੇ ਚੰਗੇ ਕਾਰਜ ਕੀਤੇ ਤੇ ਉਹਨਾਂ ਨੂੰ ਵੀ ਜਿਹੜਾ ਕਿ ਛੇਕਿਆ ਗਿਆ ਜਾਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਤੇ ਹੁਣ ਵੀ ਜਿਹੜਾ ਹੈ ਕਿ ਦੇਖਿਆ ਜਾਂਦਾ ਕੇਂਦਰੀ ਸਿੰਘ ਸਭਾ ਜਿਹੜੀ ਆ ਕਿ ਸਮੇਂ-ਸਮੇਂ ਸਿਰ ਜਿਵੇਂ ਉਣਤਾਈਆਂ ਆ ਰਹੀਆਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ, ਤੇ ਜੇ ਅਸੀਂ ਗੱਲ ਕਰੀਏ ਬਰਗਾੜੀ ਦੀ ਤਾਂ ਉਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਇੱਕ ਕੱਚਾ ਚਿੱਠਾ ਜਿਹੜਾ ਕੇਂਦਰੀ ਸਿੰਘ ਸਭਾ ਵੱਲੋਂ ਤਿਆਰ ਕੀਤਾ ਗਿਆ ਸੀਗਾ, ਉਸ ਤੋਂ ਬਾਅਦ ਜਿਹੜਾ
ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ 328 ਦੇ ਸਰੂਪ ਜਿਹੜੇ ਲਗਭਗ ਜਿਹੜੇ ਨੇ ਉਹ ਗਾਇਬ ਹੋਏ ਨੇ, ਉਹਨਾਂ ਦੇ ਉੱਪਰ ਵੀ ਜਿਹੜੀ ਆ ਕਿ ਕੇਂਦਰੀ ਸਿੰਘ ਸਭਾ ਨੇ ਆਪਣੀ ਜਿਹੜੀ ਆ ਕਿ ਗੱਲ ਕੀਤੀ ਆ, ਕਿਉਂਕਿ ਉਹਨੇ ਆਪਣੀ ਜ਼ਿੰਮੇਵਾਰੀ ਸਮਝਿਆ ਕਿ ਇਹ ਗੱਲਾਂ ਤਾਂ ਨਹੀਂ ਕਿਤੇ ਜਿਹੜੀਆਂ ਉਹਨੇ ਦੁੱਖ ਦੀ ਰੋਗ ਤੇ ਜਿਹੜੀਆਂ ਕਿ ਰੱਖ ਤੇ ਹੱਥ ਰੱਖਦੇ ਆ ਤੇ ਉਹ ਕੇਂਦਰੀ ਸਿੰਘ ਸਭਾ ਨੂੰ ਫਿਰ ਟਾਰਗੇਟ ਕਰ ਲੈਂਦੇ ਨੇ। ਨਹੀਂ, ਕਿ ਮੈਨੂੰ ਲੱਗਦਾ ਨਹੀਂ ਕੇਂਦਰੀ ਸਿੰਘ ਸਭਾ ਨੂੰ ਇਸ ਗੱਲਾਂ ਤੇ ਕਰਨਾ ਚਾਹੀਦਾ। ਕੇਂਦਰੀ ਸਿੰਘ ਸਭਾ ਉਹਨਾਂ ਦੀ ਅਸੀਂ ਕੋਈ ਉਹਨਾਂ ਦੇ ਜੰਗੇ ਮੈਦਾਨ ਦੇ ਵਿੱਚ ਚੋਣਾਂ ਦੇ ਵਿੱਚ ਉਹਨਾਂ ਦਾ ਵਿਰੋਧ ਨਹੀਂ ਕਰਦੇ। ਸਾਡਾ ਜਿਹੜਾ ਵਿਰੋਧ ਹੈ ਉਹ ਸੀਮਤ ਜਿਹੜਾ ਆ ਵਿਦਵਾਨੀ ਜਿਹੜੇ ਵਿਦਵਾਨ ਲੋਕ ਨੇ ਜਾਂ ਸਿੱਖ ਇੰਟੈਲੀਜੈਂਸੀ ਆ ਜਾਂ ਅਸੀਂ ਇੱਕ ਕਹੀਏ ਕਿ ਇੱਕ ਥਿੰਕ ਟੈਂਕ ਦੇ ਤੌਰ ਤੇ ਅਸੀਂ ਸਲਾਹ ਦਿੰਦੇ ਹਾਂ। ਅਸੀਂ ਉਹਨਾਂ ਦੇ ਨਾਲ ਕਦੀ ਉਹਨਾਂ ਦੇ ਸਿੱਧੀ ਉਸ ਤਰ੍ਹਾਂ ਵਿਰੋਧਤਾ ਨਹੀਂ ਕਰਦੇ, ਨਾ ਸ਼੍ਰੋਮਣੀ ਕਮੇਟੀ ਦੀ ਕਰਦੇ। ਸ਼੍ਰੋਮਣੀ ਕਮੇਟੀ ਪ੍ਰਤੀ ਵੀ ਸਾਡਾ ਜਿਹੜਾ ਨਜ਼ਰੀਆ ਆ ਉਹ ਠੀਕ ਹੈ। ਅਸੀਂ ਕਹਿੰਦੇ ਹਾਂ ਕਿ ਪੰਥ ਦੀ ਵੱਡੀ ਸੰਸਥਾ ਆ, ਸਰਮੌਰ ਸੰਸਥਾ ਆ, ਇਹਦਾ ਜਿਹੜਾ ਵਕਾਰ ਬਹਾਲ ਹੋਣਾ ਚਾਹੀਦਾ ਹੈ। ਪਰੰਤੂ ਇਹਦੇ 'ਚ ਜਿਹੜੇ ਇਹਦੇ ਵਿੱਚ ਘਾਟਾਂ ਨੇ, ਕਮਜ਼ੋਰੀਆਂ ਨੇ, ਤੇ ਉਹਨਾਂ ਨੂੰ ਬੈਠ ਕੇ ਦੂਰ ਕਰਨਾ ਚਾਹੀਦਾ। ਅਸੀਂ ਕਿ ਇਹਨਾਂ ਦੇ ਨਾਲ ਕੋਈ ਉਸ ਤਰ੍ਹਾਂ ਦੀ ਵਿਰੋਧਤਾ ਨਹੀਂ ਕਰਦੇ, ਪਰੰਤੂ ਜਥੇਦਾਰ ਸਾਹਿਬ ਦਾ ਜਿਹੜਾ ਸਾਰਾ ਕਾਰਜਕਾਲ ਹੈ, ਜਿਹੜੇ ਉਹਦੇ ਸਾਰੀ ਕਾਰਜਸ਼ੈਲੀ ਹੈ, ਉਹ ਪੰਥ ਹਤੈਸ਼ੀ ਨਹੀਂ ਰਹੀ, ਕਿਉਂਕਿ ਉਹ ਜਿਸ ਤਰ੍ਹਾਂ ਦੇ ਉਹਨਾਂ ਨੇ ਹੁਣ ਤੱਕ ਕੰਮ ਕੀਤੇ ਹੈ ਉਹ ਸਾਰੇ ਹੀ ਕੋਈ ਇਸ ਤਰ੍ਹਾਂ ਆਪ ਸਾਡੇ ਤੇ ਉਂਗਲ ਉਠਾ ਰਹੇ ਆ, ਪ੍ਰਚਾਰ ਤੇ ਪ੍ਰਸਾਰ ਵਿੱਚ ਕੀ ਯੋਗਦਾਨ ਪੁੱਛ ਰਹੇ ਆ। ਜੇ ਅਸੀਂ ਪੁੱਛੀਏ ਕਿ ਜਥੇਦਾਰ ਸਾਹਿਬ ਜਦੋਂ ਦੇ ਆਏ ਆ, ਸੇਵਾ ਸੰਭਾਲੀ ਆ ਉਹਨਾਂ ਨੇ, ਤਾਂ ਉਹਨਾਂ ਦੇ ਵਕਤ ਕਿੰਨੇ ਜਿਹੜੇ ਲੋਕਾਂ ਨੇ ਸਿੱਖੀ ਛੱਡ ਕੇ ਈਸਾਈ ਮਤ ਧਾਰਨ ਕੀਤਾ ਆ, ਇਹਦੇ ਅੰਕੜੇ ਕਰਾਉਣ, ਇਹਦੀ ਜਾਂਚ ਕਰਾਉਣੀ ਚਾਹੀਦੀ ਆ। ਔਰ ਸਿੱਖ ਨੂੰ ਕੋਈ ਇਸ ਤਰ੍ਹਾਂ ਦੀ ਕਮੇਟੀ ਬਣਾਉਣੀ ਚਾਹੀਦੀ ਆ ਪੰਥ ਨੂੰ ਕਿ ਜਿਹੜੀਆਂ ਸਾਰੀਆਂ ਸੰਸਥਾਵਾਂ ਦੀਆਂ ਜਾਂ ਜਾਇਦਾਦਾਂ ਨੇ ਜਾਂ ਉਹਨਾਂ ਦੀ ਉਹਦੇ ਬਾਰੇ ਜਿਹੜਾ ਆ ਇੱਕ ਵਾਈਟ ਪੇਪਰ ਤਿਆਰ ਕੀਤਾ ਜਾਵੇ, ਉਹਦੇ ਵਿੱਚ ਸਾਰੀਆਂ ਟਕਸਾਲਾਂ, ਸਾਰੇ ਡੇਰੇ, ਸਾਰੀਆਂ ਸੰਸਥਾਵਾਂ ਸ਼ਾਮਲ ਕੀਤੀਆਂ ਜਾਣ ਤੇ ਸੱਚ ਸਾਹਮਣੇ ਆ ਜਾਏਗਾ। ਪਰੰਤੂ ਇਹ ਜਿਹੜੇ ਜਥੇਦਾਰ ਸਾਹਿਬ ਹੈ ਇਹ ਸੰਪਰਦਾਵਾਂ ਤੇ ਡੇਰੇਦਾਰ, ਕਿਉਂਕਿ ਉੱਥੋਂ ਇਹਨਾਂ ਨੇ ਮਾਨ ਸਨਮਾਨ ਨਜਾਇਜ਼ ਤਰੀਕੇ ਨਾਲ ਲੈਣੇ ਹੁੰਦੇ ਆ ਤੇ ਉਸ ਵਾਸਤੇ ਜਿਹੜੀ ਹੈ ਉਹਨਾਂ ਦੀ ਪੁਸ਼ਤਮਨਾਈ ਕਰਦੇ ਆ। ਕੱਲ੍ਹ ਦੇ ਦਿਨ ਤਾਂ ਇਹਨਾਂ ਨੂੰ ਚਾਹੀਦਾ ਹੀ ਉਹ ਸੀਗਾ ਕਿ ਜਿੰਨੀਆਂ ਭਾਵਨਾ ਨਾਲ ਪੰਥ ਸੇਵਕਾਂ ਨੇ ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਦਿੱਤੀਆਂ, ਜਿਹੜੀ ਉਹਨਾਂ ਦੀ ਸੋਚ ਸੀ, ਉਹਨਾਂ ਦੀ ਸੋਚ ਦੀ ਜਿਹੜੇ ਪਹਿਰੇਦਾਰੀ ਕਰਨ ਵਾਲੇ ਲੋਕ ਨੇ ਉਹਨਾਂ ਦੀ ਸਲਾਹਨਾ ਕੀਤੀ ਜਾਂਦੀ, ਤੇ ਜਿਹੜੇ ਮਹੰਤਾਂ ਦੀ ਸੋਚ ਨੂੰ ਅੱਗੇ ਉਜਾਗਰ ਕਰ ਰਹੇ ਆ ਉਹਨਾਂ ਦੇ ਉੱਤੇ ਜਿਹੜੇ ਕਿੰਤੂ ਪਰੰਤੂ ਕੀਤੇ ਜਾਣੇ ਚਾਹੀਦੇ ਸੀ ਕੱਲ੍ਹ ਦੇ ਦਿਨ। ਪਰੰਤੂ ਜਥੇਦਾਰ ਸਾਹਿਬ ਨੂੰ ਜੇ ਲੱਗਦਾ ਹੈ ਕਿ ਪੰਥ ਦੀਆਂ ਸੰਸਥਾਵਾਂ ਵੀ ਠੀਕ ਨਹੀਂ ਕੰਮ ਕਰਦੀਆਂ, ਉਹਦੇ 'ਤੇ ਵਿਚਾਰ ਗੋਸ਼ਟੀ, ਉਹਦੇ 'ਚ ਮੀਟਿੰਗ ਸੱਦ ਕੇ ਜਥੇਦਾਰ ਕੋਲ ਇਹ ਅਧਿਕਾਰ ਨੇ ਕਿ ਜਥੇਦਾਰ ਸਾਹਿਬ ਸਾਡੇ ਸਾਰਿਆਂ ਦੀ ਮੀਟਿੰਗ ਸੱਦ ਸਕਦੇ ਆ, ਸਾਨੂੰ ਗਾਈਡ ਕਰ ਸਕਦੇ ਆ, ਸਾਨੂੰ ਕੋਈ ਜਿਹੜੀ ਆ ਰੂਪਰੇਖਾ ਦੇ ਸਕਦੇ ਆ ਪ੍ਰਚਾਰ ਕਰਨ ਦੀ। ਪਰੰਤੂ ਜਥੇਦਾਰ ਸਾਹਿਬ ਨੇ ਉੱਧਰ ਕੋਈ ਜਿਹੜਾ ਕਦੀ ਉਦਮ ਨਹੀਂ ਕੀਤਾ। ਜਥੇਦਾਰ ਸਿਰਫ ਤੇ ਸਿਰਫ ਜਿਹੜੇ ਆ ਡੇਰੇਦਾਰਾਂ ਨੂੰ ਖੁਸ਼ ਕਰਨ ਲਈ ਜਾਂ ਪੰਥ ਵਿਰੋਧੀ ਤਾਕਤਾਂ ਨੂੰ ਖੁਸ਼ ਕਰਨ ਵਾਸਤੇ ਉਹ ਇੱਕ ਪਰਿਵਾਰ ਨੂੰ ਦੁਬਾਰਾ ਜਿਹੜਾ ਆ ਪਾਵਰ ਦੇ ਵਿੱਚ ਲੈ ਕੇ ਆਉਣ ਵਾਸਤੇ ਤਤਪਰ ਨੇ। ਜਿਹੜਾ ਇੱਕ ਪਰਿਵਾਰ ਦਾ ਨੁਕਸਾਨ ਹੋਇਆ ਆ ਉਹਦੇ ਕਰਕੇ ਉਹਦੀ ਭਰਪਾਈ ਕਰਨ ਲਈ ਤਰਲੋ ਮੱਛੀ ਹੋ ਰਹੇ ਆ। ਇਹਨਾਂ ਨੂੰ ਐਕਚੁਅਲੀ ਪੰਥ ਦਾ ਕੋਈ ਦੋਸ਼ ਨਹੀਂ, ਜਿਹੜਾ ਦਰਦ ਨਹੀਂ ਹੈਗਾ। ਜੇ ਪੰਥ ਦਾ ਦਰਦ ਹੋਵੇ ਇਹਨਾਂ ਨੂੰ ਤਾਂ ਜਿਹੜੀ ਡਰਾਮੇਬਾਜ਼ੀ ਪਿਛਲੇ ਦਿਨਾਂ 'ਚ ਕੀਤੀ ਹੈ ਅਕਾਲੀ ਦਲ ਨੇ, ਜਿਹਦੇ ਵਿੱਚ ਆਪ ਸ਼ਾਮਲ ਹੋਏ ਆ ਜਥੇਦਾਰ ਸਾਹਿਬ, ਉਹਦੀ ਥਾਂ 'ਤੇ ਸਾਰਥਕ ਕੰਮ ਹੁੰਦਾ। ਇਹ ਸਾਊਥ ਵਾਲਿਆਂ ਤੋਂ ਸਿੱਖਦੇ ਕਿ ਕਿਸ ਤਰ੍ਹਾਂ ਜਿਹੜੇ ਤਾਮਿਲ ਵਾਲਿਆਂ ਨੇ ਆਪਣੇ ਰਾਜੀਵ ਗਾਂਧੀ ਦਾ ਜਿਹੜਾ ਕਾਤਲ ਸੀ ਉਹਨੂੰ ਰਿਹਾ ਕਰਾਇਆ, ਬੰਦੀ ਸਿੱਖਾਂ ਨੂੰ ਕਿਵੇਂ ਰਿਹਾ ਕੀਤਾ ਜਾ ਸਕਦਾ ਹੈ, ਉਹਦੇ ਸਾਰੇ ਜਥੇਦਾਰ ਸਾਹਿਬ ਨੂੰ ਬੈਠ ਕੇ ਸੋਚਣਾ ਚਾਹੀਦਾ ਹੈ। ਉੱਧਰ ਤਾਂ ਕੋਈ ਜਿਹੜਾ ਕੰਮ ਨਹੀਂ ਕੀਤਾ। ਸੜਕਾਂ 'ਤੇ ਮੁਜ਼ਾਹਰੇ ਕਰਨ ਨਾਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੈਪੂਟੇਸ਼ਨ ਦੇ ਨਾਲ ਤਾਂ ਬੰਦੀ ਸਿੱਖਾਂ ਨੇ ਰਿਹਾ ਨਹੀਂ ਹੋਣਾ। ਜਾਂ ਬੰਦੀ ਸਿੱਖਾਂ ਜਥੇਦਾਰ ਨੂੰ ਘੱਟੋ ਘੱਟ ਇਹ ਸੋਚ ਲੈਣਾ ਚਾਹੀਦਾ ਕਿ ਬੰਦੀ ਸਿੰਘ ਬਣਾਏ ਕਿੰਨੇ ਆ। ਜਿਹੜੇ ਸਟੇਜ 'ਤੇ ਬੈਠੇ ਸੀਗੇ ਜਥੇਦਾਰ ਸਾਹਿਬ, ਜਿਨ੍ਹਾਂ ਦੀ ਉੱਤੇ ਉਸਤਤ ਕਰ ਰਹੇ ਸੀਗੇ, ਉਹਨਾਂ ਨੇ ਅੱਧੇ ਤੋਂ ਵੱਧ ਬੰਦੀ ਜਿਹੜੇ ਬਣਾਏ ਆ, ਉਹਨਾਂ ਦੇ ਰਾਜਕਾਲ ਦੇ ਵਿੱਚ ਬੰਦੀ ਬਣੇ ਆ, ਤੇ ਉਹਨਾਂ ਵਾਸਤੇ ਜਥੇਦਾਰ ਸਾਹਿਬ ਨੇ ਕਦੀ ਜਿਹੜੀ ਹਮੇਸ਼ਾ ਚੁੱਪ ਧਾਰੀ ਰੱਖੀ। ਖੁਸ਼ਹਾਲ ਸਿੰਘ ਜੀ, ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ, ਇੱਥੇ ਹੀ ਆ ਜਾਂਦੀ ਹੈ 2013 ਦੇ ਵਿੱਚ ਜਦੋਂ ਗੁਰਦੁਆਰਾ ਅੰਬ ਸਾਹਿਬ 'ਚ ਭੁੱਖ ਹੜਤਾਲ ਰੱਖੀ ਗਈ ਸੀ, ਇੱਕ ਵੱਡਾ ਸੰਘਰਸ਼ ਚੱਲਿਆ ਸੀਗਾ, ਤੇ ਉਸ ਟਾਈਮ ਵੀ ਜਿਹੜਾ ਕਿ ਇਹੀ ਅਕਾਲੀ ਸਰਕਾਰ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸੀਗੇ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਪੰਜਾਬ ਦੇ, ਉਸ ਟਾਈਮ ਵੀ ਜਿਹੜੀ ਆ ਕਿ ਪੂਰਾ ਜਿਹੜਾ ਕਿ ਉਸ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਚੱਲ ਰਿਹਾ ਸੀ, ਉਹਨੂੰ ਉਹ ਖੇਡਣ ਲਈ, ਉਸ ਨੂੰ ਪੱਟਣ ਲਈ ਪੂਰਾ ਜ਼ੋਰ ਲਗਾਇਆ ਗਿਆ ਸੀਗਾ। ਉਸ ਟਾਈਮ ਵੀ ਜਿਹੜੇ ਆ ਕਿ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਸੀਗੇ ਉਹਨਾਂ ਦਾ ਸਹਾਰਾ ਲਿਆ ਗਿਆ ਸੀ, ਉਹਨਾਂ ਨੂੰ ਇੱਥੇ ਭੇਜਿਆ ਗਿਆ ਸੀਗਾ। ਤੇ ਪਰ ਅੱਜ ਜਿਹੜੇ ਆ ਕਿ ਉਹੀ ਲੋਕ ਜਿਨ੍ਹਾਂ ਨੇ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਬੰਦ ਕਰਾਇਆ ਤੇ ਉਹਨਾਂ ਨੂੰ ਛੱਡਣ ਤੋਂ ਜਿਹੜੀ ਆ ਕਿ ਕੁਤਾਹੀ ਵਰਤੀ ਹੈ, ਅੱਜ ਉਹੀ ਲੋਕ ਉਹ 'ਤੇ ਆ ਰਹੇ ਨੇ ਤੇ ਬਿਲਕੁਲ ਉਹ ਗੱਲ ਹੋ ਰਹੀ ਹੈ ਕਿ ਜਿਵੇਂ ਜਿੱਥੇ ਕੱਟਣ ਦੀ ਲੋੜ ਸੀ ਉੱਥੇ ਕੱਟਿਆ ਨਹੀਂ, ਪਰ ਜਿੱਥੇ ਲਗਾਉਣ ਦੀ ਲੋੜ ਆ ਉੱਥੇ ਉਹਨੂੰ ਵੱਢੀ ਜਾਂਦੇ ਨੇ। ਸੋ ਜਥੇਦਾਰ ਸਾਹਿਬ, ਮੈਂ ਮੇਜਰ ਸਿੰਘ ਦੱਸਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਸਿੱਖਾਂ ਦੇ ਖਿਲਾਫ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾ ਕੇ FIR ਦਰਜ ਕਰਾਉਂਦੀ ਹੈ।
ਤਾਂ ਇਹ ਪੁੱਛਣਾ ਚਾਹੀਦਾ ਕਿ ਜਥੇਦਾਰ ਸਾਹਿਬ ਨੂੰ ਕਿ ਇੰਟਰਨਲ ਮਾਮਲਿਆਂ ਦੇ ਵਿੱਚ ਤੁਸੀਂ ਕਿਉਂ ਦਖਲਅੰਦਾਜ਼ੀ ਕਰਦੇ ਹੋ। ਜਥੇਦਾਰ ਸਾਹਿਬ ਕੋਲ 3 ਸਾਲਾਂ ਤੋਂ ਇੱਕ ਕੇਸ ਪਿਆ ਹੈਗਾ ਆ ਕਿ ਦਲਿਤ ਸਿੱਖਾਂ ਨੂੰ ਅੰਮ੍ਰਿਤ ਛਕਾਉਣ ਵੇਲੇ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ। ਜਥੇਦਾਰ ਸਾਹਿਬ ਉਹਦੇ ਤੇ ਕਿਉਂ ਨਹੀਂ ਬੋਲਦੇ? ਜਥੇਦਾਰ ਸਾਹਿਬ ਨੂੰ ਹੋਰ ਜਿਹੜੇ ਇਸ਼ੂ ਹੈਗੇ ਆ, ਗੁਰਦੁਆਰਿਆਂ ਦੇ ਵਿੱਚ ਵਿਤਕਰਾ ਕੀਤਾ ਜਾਂਦਾ, ਲੰਗਰ ਛਕਾਉਣ ਵੇਲੇ ਜਾਤੀ ਆਧਾਰ ਤੇ ਵਿਤਕਰਾ ਕੀਤਾ ਜਾਂਦਾ। ਜਥੇਦਾਰ ਸਾਹਿਬ ਉਹਨਾਂ ਜਿਹੜੇ ਆ ਡੇਰਿਆਂ ਉਹਨਾਂ ਦਾ ਜਾਂ ਉਹ ਜਿਹੜੇ ਗੁਰਦੁਆਰੇ ਉਹਨਾਂ ਦਾ ਬਾਈਕਾਟ ਕਿਉਂ ਨਹੀਂ ਕਰਦੇ? ਜਥੇਦਾਰ ਸਾਹਿਬ ਨੇ ਅਜੇ ਤੱਕ ਉਹਨਾਂ ਨੂੰ ਕੋਈ ਅਖਬਾਰੀ ਬਿਆਨ ਵੀ ਇਹਨਾਂ ਗੱਲਾਂ ਬਾਰੇ ਕਿਉਂ ਨਹੀਂ ਦਿੱਤਾ? ਕੀ ਕਾਰਵਾਈ ਤੇ ਕੀ ਕਰਨੀ ਸੀ? ਜਥੇਦਾਰ ਸਾਹਿਬ ਨੂੰ ਚਾਹੀਦਾ ਸੀ। ਸ਼ਿਲਾਂਗ ਵਿੱਚ ਸਿੱਖ ਜਾੜੇ ਜਾ ਰਹੇ ਆ, ਉਹਨਾਂ ਬਾਰੇ ਜਥੇਦਾਰ ਸਾਹਿਬ ਦਾ ਕੀ ਰੋਲ ਰਿਹਾ ਹੈ? ਸੋ ਜਥੇਦਾਰ ਸਾਹਿਬ ਇੱਕ ਪਰਿਵਾਰ ਦੀ ਖੁਸ਼ੀਆਂ ਪ੍ਰਾਪਤ ਕਰਨ ਲਈ ਸਾਰਾ ਕੁਝ ਜਿਹੜਾ ਆ ਪੰਥ ਦੀਆਂ ਵੱਡੀਆਂ ਰਵਾਇਤਾਂ ਪ੍ਰਥਾਵਾਂ ਨੂੰ ਦਾਅ 'ਤੇ ਲਾ ਰਹੇ ਆ। ਜਥੇਦਾਰ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਜਾਂ ਸਮਝਣਾ ਚਾਹੀਦਾ ਹੈ ਕਿ ਜਥੇਦਾਰ ਤਾਂ ਹੀ ਪਾਵਰਫੁਲ ਹੈ ਜੇ ਪੰਥ ਪਾਵਰਫੁਲ ਹੋਇਆ। ਪੰਥ ਦੀਆਂ ਭਾਵਨਾਵਾਂ ਨੂੰ ਜਥੇਦਾਰ ਸਾਹਿਬ ਨੇ ਉਜਾਗਰ ਕਰਨਾ ਆ। ਜਥੇਦਾਰ ਆਪਣੇ ਆਪ 'ਚ ਕੋਈ ਜਥੇਦਾਰ ਪੰਥ ਦਾ ਇੱਕ ਬੁਲਾਰਾ ਆ। ਜਥੇਦਾਰ ਆਪਣੀ ਮਰਜ਼ੀ ਕੋਈ ਨਹੀਂ ਕਰ ਸਕਦਾ, ਉੱਥੇ ਮਰਜ਼ੀ ਪੰਥ ਦੀ ਹੈ, ਸਿਰਫ ਅਨਾਉਂਸ ਕਰਨੇ ਆ ਜਥੇਦਾਰ ਨੇ। ਤੇ ਜੇ ਜਥੇਦਾਰ ਆਪਣੇ ਆਪ ਨੂੰ ਪੋਪ ਜਾਂ ਮਾਲਕ ਸਮਝਣ ਲੱਗ ਜਾਏਗਾ ਜਾਂ ਥਾਣੇਦਾਰ ਵਾਂਗ ਉਹ ਜਿਹੜਾ ਆ ਆਪਣੀ ਕਾਰਵਾਈ ਕਰੇ, ਕਾਰਜਸ਼ੈਲੀ ਬਣਾਏਗਾ, ਉਹ ਅੱਜ ਦੇ ਦੌਰ 'ਚ ਚੱਲਣੀ ਨਹੀਂ। ਖੁਸ਼ਹਾਲ ਸਿੰਘ ਜੀ, ਕਿਤੇ ਇਹ ਤਾਂ ਨਹੀਂ ਲੱਗਦਾ ਕਿ ਜਿਹੜੀ ਹੁਣ ਹਰਿਆਣਾ ਕਮੇਟੀ ਬਣ ਗਈ ਆ, ਸੁਪਰੀਮ ਕੋਰਟ ਨੇ ਜਿਹੜਾ ਕਿ ਉਹਨੂੰ ਮਾਨਤਾ ਦਿੱਤੀ, ਉਹਦਾ ਗੁੱਸਾ ਜਿਹੜਾ ਕਿ ਕੇਂਦਰੀ ਸਿੰਘ ਸਭਾ ਤੇ ਹੋਰ ਸੰਸਥਾਵਾਂ ਦੇ ਉੱਪਰ ਉਤਰਨ ਲੱਗ ਗਿਆ ਹੈ? ਨਹੀਂ, ਉਹ ਤਾਂ ਨਹੀਂ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਕੋਈ ਗੱਲ ਹੋ ਸਕਦੀ, ਕਿਉਂਕਿ ਉਹਨਾਂ ਨਾਲ ਕੋਈ ਕੇਂਦਰੀ ਸਿੰਘ ਸਭਾ ਨੇ ਉੱਥੇ ਜਾ ਕੇ ਹਰਿਆਣਾ ਕਮੇਟੀ 'ਚ ਇਲੈਕਸ਼ਨ ਨਹੀਂ ਲੜਨੇ ਤੇ ਉੱਥੇ ਅਸੀਂ ਰੋਕਦੇ ਨਹੀਂ। ਬਾਦਲ ਅਕਾਲੀ ਦਲ ਵੀ ਹਰਿਆਣੇ 'ਚ ਜਾ ਕੇ ਇਲੈਕਸ਼ਨ ਲੜ ਸਕਦਾ ਜੇ ਉਹਨਾਂ ਨੂੰ ਲੱਗਦਾ ਕਿ ਹਰਿਆਣੇ ਦੀ ਸੰਗਤ ਅਕਾਲੀ ਦਲ ਬਾਦਲ ਦੇ ਨਾਲ ਹੈ ਤੇ ਉਹਨਾਂ ਨੂੰ ਪਾਵਰ 'ਚ ਲੈਗੀ। ਉਹ ਤਾਂ ਇੱਕ ਸੰਸਥਾ ਬਣ ਗਈ ਹੈ, ਸੁਪਰੀਮ ਕੋਰਟ ਨੇ ਬਣਾਤੀ ਆ, ਹੁਣ ਉਹ ਵਾਪਸ ਨਹੀਂ ਹੋ ਸਕਦੀ। ਤਾਂ ਉਹਦੇ ਵਿੱਚ ਜਿਹੜੇ ਧਿਰਾਂ ਨੂੰ ਇਹ ਲੱਗਦਾ ਕਿ ਸਾਡੇ ਨਾਲ ਧੱਕਾ ਹੋਇਆ, ਉਹਨਾਂ ਨੂੰ ਲੋਕਾਂ ਦੀ ਕਚਹਿਰੀ 'ਚ ਚਲੇ ਜਾਣਾ ਚਾਹੀਦਾ। ਜਥੇਦਾਰ ਸਾਹਿਬ ਨੇ ਕੱਲ੍ਹ ਸਟੇਜ 'ਤੇ ਕਿਹਾ ਜੀ ਅੱਜ ਇਲੈਕਸ਼ਨ ਹੋ ਜਾਣ ਤੇ ਉਹ ਪੰਥ ਵਿਰੋਧੀ ਪਾਵਰਾਂ ਜਿਹੜੀਆਂ ਨੇ ਉਹ ਸੱਤਾ 'ਚ ਆਉਣੀਆਂ। ਉਹਨਾਂ ਦਾ ਕਹਿਣ ਦਾ ਕੀ ਭਾਵ ਹੈ ਕਿ ਜਿਹੜੇ ਅੱਜ ਸੰਗਤ ਹੈ ਉਹ ਪੰਥ ਵਿਰੋਧੀ ਲੋਕਾਂ ਨੂੰ ਚੁਣ ਕੇ ਲੈ ਕੇ ਆਏਗੀ। ਤੇ ਜਿਹੜੇ ਇਹ ਫਤਵਾ ਜਿਹੜਾ ਜਥੇਦਾਰ ਸਾਹਿਬ ਜਾਰੀ ਕਰਨਗੇ ਕਿਹੜਾ ਪੰਥ ਵਿਰੋਧੀ ਹੈ ਤੇ ਕਿਹੜਾ ਪੰਥ ਹਿਤੈਸ਼ੀ ਹੈ, ਇਹ ਤਾਂ ਸੰਗਤ ਆਪਣੇ ਆਪ ਫੈਸਲਾ ਕਰ ਲੇਗੀ। ਸੰਗਤ ਕੋਲ ਇੰਨੀ ਹੈਗੀ ਆ, ਗੁਰੂ ਮਹਾਰਾਜ ਸਾਹਿਬ ਨੇ ਇੰਨਾ ਗਿਆਨ ਦਿੱਤਾ ਆ ਕਿ ਉਹ ਵਿਵੇਕ ਹੈਗਾ ਆ ਇੰਨਾ ਕਿ ਉਹ ਸਮਝ ਸਕਦੇ ਆ ਕਿਹੜਾ ਪੰਥ ਵਿਰੋਧੀ ਹੈ ਤੇ ਕਿਹੜਾ ਹਿਤੈਸ਼ੀ ਹੈ। ਇਤਿਹਾਸ ਉਹਨਾਂ ਦੇ ਸਾਹਮਣੇ ਪਿਆ ਹੈ ਪਿਛਲੇ 35-40 ਸਾਲ ਦਾ। ਸੋ ਇਹਦੇ 'ਚ ਕੀ ਹੈ? ਤੇ ਡਾਕਟਰ ਖੁਸ਼ਹਾਲ ਸਿੰਘ ਜੀ, ਕਿ ਆਪਣਾ ਪੰਥਕ ਨਜ਼ਰ ਪ੍ਰੋਗਰਾਮ ਦਾ ਸਮਾਂ ਹੋ ਗਿਆ ਤੇ ਪਰ ਆਖਰ ਦੇ ਵਿੱਚ ਕੀ ਕੇਂਦਰੀ ਸਿੰਘ ਸਭਾ ਦੇ ਵੱਲੋਂ ਅਕਾਲ ਤਖਤ ਦੇ ਜਥੇਦਾਰ ਨੂੰ ਕੋਈ ਸੁਨੇਹਾ ਜਾਂ ਕੋਈ ਚਿੱਠੀ ਪੱਤਰ ਦਿੱਤਾ ਜਾਏਗਾ? ਅਸੀਂ ਭੇਜਾਂਗੇ, ਉਹਨਾਂ ਨੂੰ ਆਪਣੇ ਵੱਲੋਂ ਭੇਜਾਂਗੇ। ਅਸੀਂ ਕੋਈ ਉਹਨਾਂ ਨੂੰ ਸੁਨੇਹਾ ਵੀ ਭੇਜਾਂਗੇ, ਪੱਤਰ ਵੀ ਭੇਜਾਂਗੇ ਕਿ ਜਿਹੜਾ ਆ ਤੁਸੀਂ ਇਸ ਵਕਤ ਜਿਸ ਵਕਤ ਕੇਂਦਰੀ ਸਿੰਘ ਸਭਾ 150 ਸਾਲਾ ਸ਼ਤਾਬਦੀ ਮਨਾਉਣ ਜਾ ਰਹੀ ਹੈ ਤੇ ਉਸ ਵਕਤ ਤੁਸੀਂ ਕੇਂਦਰੀ ਸਿੰਘ ਸਭਾ ਦੇ ਨਾਲ ਖੜਨ ਦੀ ਬਜਾਏ ਉਹਨਾਂ ਲੋਕਾਂ ਦੇ ਨਾਲ ਖੜ ਰਹੇ ਹੋ, ਉਹਨਾਂ ਸੰਪਰਦਾਵਾਂ ਦੇ ਨਾਲ ਖੜ ਰਹੇ ਹੋ, ਉਹਨਾਂ ਡੇਰਿਆਂ ਦੇ ਨਾਲ ਖੜ ਰਹੇ ਹੋ ਜਿਨ੍ਹਾਂ ਦੇ ਵਿਰੁੱਧ ਇਹ ਲਹਿਰਾਂ ਪੈਦਾ ਹੋਈਆਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਦਾ ਹੋਈ ਸੀ, ਸਿੰਘ ਸਭਾ ਲਹਿਰ ਪੈਦਾ ਹੋਈ ਸੀ, ਤੇ ਉਹਨਾਂ ਦੇ ਨਾਲ ਖੜਨਾ ਹੈ ਜਿਹੜਾ ਇਹ ਪੰਥ ਦੇ ਉਹਨਾਂ ਸ਼ਹੀਦਾਂ ਨਾਲ ਵੀ ਗਦਾਰੀ ਹੈ ਤੇ ਉਹ ਸਾਰਿਆਂ ਦੀ ਭਾਵਨਾ ਦੇ ਉਲਟ ਹੈਗੇ। ਅਸੀਂ ਬੇਨਤੀ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੇ ਅੱਜ ਸੁਣ ਲਿਆ ਕਿ ਜੋ ਪੰਜਾ ਸਾਹਿਬ ਦੇ ਸਾਕੇ ਦਾ 100 ਸਾਲਾ ਸ਼ਤਾਬਦੀ ਮਨਾਈ ਗਈ, ਉਹਦੇ ਵਿੱਚ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਗੱਲ ਕਹੀ ਆ, ਉਹਦੇ ਵਿੱਚ ਜਿਹੜੀਆਂ ਕਿ ਪੰਥਕ ਜਥੇਬੰਦੀਆਂ ਨੂੰ ਤੇ ਉਂਗਲ ਚੱਕੀ ਗਈ ਆ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸੋ ਡਾਕਟਰ ਖੁਸ਼ਹਾਲ ਸਿੰਘ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਅਤੇ ਕੇਂਦਰੀ ਸਿੰਘ ਸਭਾ ਦੇ ਵੱਲੋਂ ਉਹਨਾਂ ਨੂੰ ਇੱਕ ਪੱਤਰ ਚਿੱਠੀ ਵੀ ਦਿੱਤੀ ਜਾਏਗੀ, ਜਿਸ ਦੇ ਵਿੱਚ ਕਿਹਾ ਜਾਏਗਾ ਕਿ ਪੰਥਕ ਧਿਰਾਂ ਨੂੰ ਇਕੱਠਾ ਕੀਤਾ ਜਾਵੇ, ਨਾ ਕਿ ਸਿੰਘ ਸਾਹਿਬ ਆਪਣੀ ਜ਼ਿੰਮੇਵਾਰੀ ਨਿਭਾਉਣ, ਨਾ ਕਿ ਕਿਸੇ ਇੱਕ ਪਰਿਵਾਰ ਦੀ ਜਿਹੜੀ ਹੈ ਕਿ ਹਮਾਇਤ ਕਰਨ, ਉਹਨਾਂ ਨੂੰ ਅੱਗੇ ਲਿਆਉਣ ਦੇ ਵਿੱਚ ਆਪਣਾ ਜਿਹੜਾ ਕਿ ਗੱਲ ਕਰਨ। ਸੋ ਇਹ ਸਮਾਂ ਉਹਨਾਂ ਨੂੰ ਜਾਇਆ ਨਹੀਂ ਕਰਨਾ ਚਾਹੀਦਾ। ਸੋ ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।